Good morning, students. This is Sandeep Kaur, your social science teacher. And as we all know that we are discussing our first chapter of political science, that is what is democracy and why democracy. In the last video, we discussed about a definition of democracy, and that definition was democracy is a form of government in which the rulers are elected by people. And in this video we will try to identify that is this definition accurate and sufficient to define the democracy. Okay, so on the basis of this definition there are four questions which we can raise. First is the ruler in this who are the rulers in this definition? ਰੂਲਰਸ ਕੌਣ ਹੋਣਗੇ? ਠੀਕ ਹੈ, ਜਿਹੜੇ ਰੂਲਰਸ ਹੋਣਗੇ ਉਹਨਾਂ ਦੇ ਨਾਲ ਜਿਹੜੇ ਅਫੀਸ਼ੀਅਲਸ ਹੋਣਗੇ ਕੀ ਉਹ ਵੀ ਇਲੈਕਟਡ ਹੋਣਗੇ? ਕਿ ਜਿਹੜੇ ਸਾਰੇ ਡਿਸੀਜ਼ਨਸ ਨੇ ਉਹ ਉਹੀ ਰੂਲਰਸ ਲੈਣਗੇ ਜਿਨ੍ਹਾਂ ਨੂੰ ਇਲੈਕਟ ਕੀਤਾ ਗਿਆ ਹੈ? ਠੀਕ ਹੈ। ਸੈਕੰਡ ਕੁਐਸਚਨ ਇਜ਼ ਵਟ ਕਾਈਂਡ ਆਫ ਇਲੈਕਸ਼ਨਸ ਕੰਸਟੀਟਿਊਟਸ ਆਰ ਡੈਮੋਕ੍ਰੇਟਿਕ ਇਲੈਕਸ਼ਨਸ? ਕਿਹੜੀ ਤਰ੍ਹਾਂ ਦੇ ਇਲੈਕਸ਼ਨਸ ਹੋਣਗੇ ਜਿਨ੍ਹਾਂ ਨੂੰ ਆਪਾਂ ਡੈਮੋਕ੍ਰੇਟਿਕ ਕਹਿ ਸਕਾਂਗੇ? ਠੀਕ ਹੈ। ਐਂਡ ਥਰਡ ਕੁਐਸਚਨ ਇਜ਼ ਹੂ ਆਰ ਦ ਪੀਪਲ ਹੂ ਕੈਨ ਇਲੈਕਟ ਦ ਰੂਲਰਸ ਔਰ ਗੈਟ ਇਲੈਕਟਡ ਐਜ਼ ਰੂਲਰਸ? ਮਤਲਬ ਉਹ ਕਿਹੜੇ ਲੋਕੀ ਨੇ ਜਿਹੜੇ ਵੋਟ ਜਿਨ੍ਹਾਂ ਕੋਲ ਰਾਈਟ ਟੂ ਵੋਟ ਹੋਏਗਾ, ਜਿਹੜੇ ਆਪਣੇ ਰੂਲਰਸ ਨੂੰ ਇਲੈਕਟ ਕਰਨਗੇ, ਔਰ ਇਹਦੇ ਨਾਲ ਹੀ ਉਹ ਕਿਹੜੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਰਾਈਟ ਹੋਏਗਾ ਕਿ ਉਹ ਐਜ਼ ਅ ਰਿਪਰੈਜ਼ੈਂਟੇਟਿਵ ਐਜ਼ ਅ ਰੂਲਰ ਜਿਹੜੇ ਨੇ ਉਹ ਚੁਣੇ ਜਾ ਸਕਦੇ ਨੇ ਜਾਂ ਇਲੈਕਸ਼ਨਸ ਨੂੰ ਕੰਟੈਸਟ ਕਰ ਸਕਦੇ ਨੇ। ਆਵਰ ਲਾਸਟ ਕੁਐਸਚਨ ਇਜ਼ ਵਟ ਕਾइंड ऑफ अ फॉर्म ऑफ गवर्नमेंट इज डेमोक्रेसी? अगर डेमोक्रेसी गवर्नमेंट है देन व्हाट आर द बेसिक फीचर्स, व्हाट आर द बेसिक symptoms that we can say this is a democratic government? Okay, so first of all our first question is that major decisions by elected rulers. Okay, first of all ਆਪਾਂ ਦੇਖਾਂਗੇ ਕਿ ਕੀ ਜਿਹੜੇ ਸਾਰੇ ਡੈਮੋਕ੍ਰੇਟਿਕ ਗਵਰਨਮੈਂਟ ਜਿਹੜੇ ਡਿਸੀਜਨਸ ਲਏ ਜਾਂਦੇ ਨੇ ਕਿ ਉਹ ਇਲੈਕਟਡ ਗਵਰਨਮੈਂਟ ਜਿਹੜੀ ਹੈ ਇਲੈਕਟਡ ਜਿਹੜੇ ਰਿਪਰੈਜ਼ੈਂਟੇਟਿਵਸ ਹੁੰਦੇ ਨੇ ਉਹੀ ਲੈਂਦੇ ਨੇ। ਦੇਖੋ ਨੀਚੇ ਇੱਕ ਪਿਕਚਰ ਦਿੱਤੀ ਹੋਈ ਹੈ, ਉਹਦੇ ਵਿੱਚ ਡੈਮੋਕ੍ਰੇਸੀ ਜਿਹੜੀ ਉਹ ਬਾਹਰ ਖੜੀ ਹੋਈ ਹੈ। ਠੀਕ ਹੈ, ਔਰ ਇਹ ਸੀਰੀਆ ਦੀ ਪਿਕਚਰ ਦਿੱਤੀ ਹੋਈ ਹੈ। ਸੀਰੀਆ ਆਪਣੇ ਈਰਾਨ ਇਰਾਕ ਦੇ ਨਾਲ ਹੀ ਇੱਕ ਕੰਟਰੀ ਹੈ ਜਿਹੜੀ ਕਿ ਆਲਮੋਸਟ ਖਤਮ ਹੋ ਚੁੱਕੀ ਹੈ। ਬਹੁਤ ਜ਼ਿਆਦਾ ਉੱਥੇ ਵਾਇਲੈਂਸ ਰਿਹਾ ਹੈ, ਲੋਕ ਜਿਹੜੇ ਨੇ ਉਹ ਦੂਜੇ ਦੇਸ਼ਾਂ ਨੂੰ ਮੂਵ ਕਰ ਗਏ ਨੇ। ਸੋ ਇਹਦੇ ਵਿੱਚ ਡੈਮੋਕ੍ਰੇਸੀ ਜਿਹੜੀ ਆ ਉਹ ਸੀਰੀਆ ਦੇ ਬਾਹਰ ਖੜੀ ਆ, ਔਰ ਸੀਰੀਆ ਦਾ ਜਿਹੜਾ ਰੂਲਰ ਨੇ ਉਹ ਕੀ ਕਹਿੰਦੇ ਪਏ ਨੇ ਕਿ ਫਸਟ ਆਫ ਆਲ ਜਿਹੜਾ ਹੈ ਤੁਹਾਨੂੰ ਜਿਹੜੀ ਉੱਥੇ ਦੀ ਰੂਲਿੰਗ ਪਾਰਟੀ ਹੈ ਉਸ ਪਾਰਟੀ ਦਾ ਜਿਹੜਾ ਹੈ ਉਹ ਫਾਰਮ ਫਿਲ ਕਰਨਾ ਪਏਗਾ ਕਿ ਮੈਂ ਇਸ ਪਾਰਟੀ ਦੇ ਰੂਲਸ ਦੇ ਅਕੋਰਡਿੰਗ ਜਿਹੜਾ ਹੈ ਉਹ ਐਗਰੀ ਹੈ, ਇਹਨਾਂ ਨੂੰ ਐਗਰੀ ਕਰਦੀ ਇਹਨਾਂ ਰੂਲਸ ਨੂੰ, ਦੈਨ ਯੂ ਕੈਨ ਐਂਟਰ ਇਨ ਆਵਰ ਕੰਟਰੀ। ਇਟ ਮੀਨਸ ਕਿ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਲਈ ਉੱਥੇ ਕੋਈ ਵੀ ਜਗ੍ਹਾ ਨਹੀਂ ਹੈ ਅਗਰ ਉਹ ਉਹਨਾਂ ਦੀ ਸ਼ਰਤਾਂ ਦੇ ਅਕੋਰਡਿੰਗ ਉਸ ਦੇਸ਼ ਦੀ ਸ਼ਰਤਾਂ ਦੀ ਜਿਹੜੀ ਉਸ ਦੇਸ਼ ਦੀ ਰੂਲਿੰਗ ਪਾਰਟੀ ਉਹਦੀ ਸ਼ਰਤਾਂ ਦੇ ਅਕੋਰਡਿੰਗ ਅਗਰ ਉਹ ਨਹੀਂ ਚੱਲਦੀ ਤਾਂ। ਠੀਕ ਹੈ, ਸੋ और फर्स्ट क्वेश्चन इज मेजर डिसीजनस बाय इलैक्टेड लीडर्स। कि ਜਿਹੜੇ ਮੇਜਰ ਡਿਸੀਜਨਸ ਨੇ ਉਹ ਜਿਹੜੇ ਇਲੈਕਟਡ ਲੀਡਰਸ ਨੇ ਉਹੀ ਲੈ ਰਹੇ ਨੇ। ਇਹਦੇ ਲਈ ਆਪਾਂ ਨੂੰ ਇੱਕ ਐਗਜ਼ਾਮਪਲ ਦਿੱਤੀ ਹੋਈ ਇਹਨਾਂ ਨੇ। ਜਨਰਲ ਪਰਵੇਜ਼ ਮੁਸ਼ਰਫ ਜਿਹੜੇ ਹੈਗੇ ਉਹ ਪਾਕਿਸਤਾਨ ਆਰਮੀ ਦੇ ਜਨਰਲ ਹੈਗੇ। ਠੀਕ ਹੈ ਬੇਟਾ, ਔਰ ਅਕਤੂਬਰ 1999 ਦੇ ਵਿੱਚ ਜਿਹੜਾ ਹੈ 1999 ਦੇ ਵਿੱਚ ਅਕਤੂਬਰ ਦੇ ਵਿੱਚ ਉਹ ਕੀ ਕਰਦੇ ਆ ਕਿ ਮਿਸਟਰ ਨਵਾਜ਼ ਸ਼ਰੀਫ ਦੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨੂੰ ਓਵਰਥਰੋ ਕਰਦੇ ਆ ਔਰ ਉਹਨੂੰ ਖਤਮ ਕਰਕੇ ਆਪਣਾ ਜਿਹੜਾ ਇੱਕ ਮਿਲਟਰੀ ਡਿਕਟੇਟਰਸ਼ਿਪ ਜਿਹੜੀ ਆ ਉੱਥੇ ਉਹ ਇਸਟੈਬਲਿਸ਼ ਕਰ ਲੈਂਦੇ ਆ ਔਰ ਆਪਣੇ ਆਪ ਨੂੰ ਚੀਫ ਐਗਜ਼ੀਕਿਊਟਿਵ ਦਾ ਜਿਹੜਾ ਅਹੁਦਾ ਨੇ ਉਹਦੇ ਤੇ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਮਿਸਟਰ ਜਨਰਲ ਪਰਵੇਜ਼ ਮੁਸ਼ਰਫ। ਬਟ ਕੁਛ ਟਾਈਮ ਬਾਅਦ ਉਹ ਕੀ ਕਰਦੇ ਆ ਕਿ ਆਪਣੀ ਜਿਹੜੀ ਪੋਜੀਸ਼ਨ ਹੈ ਚੀਫ ਐਗਜ਼ੀਕਿਊਟਿਵ ਤੋਂ ਬਦਲ ਕੇ ਉਹ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਬਣਾ ਲੈਂਦੇ ਆ ਔਰ ਆਪਣੇ ਆਪ ਨੂੰ ਆਥੋਰਾਈਜ਼ਡ ਕਰਨ ਦੇ ਲਈ ਕਿ ਉਹ ਪੀਪਲ ਇਲੈਕਟਡ ਨੇ ਔਰ ਪੀਪਲਸ ਦੀ ਚੋਇਸ ਜਾਂ ਉਹਨਾਂ ਦੀ ਜਿਹੜੀ ਲੋਕਾਂ ਦੀ ਮਰਜ਼ੀ ਹੈ ਉਹਨਾਂ ਦੇ ਨਾਲ ਹੈ। ਉਹ 2002 ਦੇ ਵਿੱਚ ਇੱਕ ਰੈਫਰੈਂਡਮ ਕਰਾਉਂਦੇ ਨੇ। ਰੈਫਰੈਂਡਮ ਕੀ ਹੁੰਦਾ ਹੈ? ਰੈਫਰੈਂਡਮ ਬੱਚੇ ਇੱਕ ਇਲੈਕਸ਼ਨਸ ਦੇ ਵਰਗਾ ਹੀ ਪ੍ਰੋਸੈਸ ਹੁੰਦਾ ਹੈ, ਲੇਕਿਨ ਉਹਦੇ ਵਿੱਚ ਲੋਕਾਂ ਨੂੰ ਕੋਈ ਮੈਂਬਰ ਇਲੈਕਟ ਕਰ ਲਈ ਨਹੀਂ ਦਿੱਤਾ ਜਾਂਦਾ, ਬਲਕਿ ਉਹਨਾਂ ਨੂੰ ਇੱਕ ਟੌਪਿਕ ਦੇ ਦਿੱਤਾ ਜਾਂਦਾ ਹੈ, ਇੱਕ ਵਿਸ਼ਾ ਦੇ ਦਿੱਤਾ ਜਾਂਦਾ ਜਿਹਦੇ ਉਹਨਾਂ ਨੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਵੋਟ ਜਿਹੜੀ ਆ ਉਹ ਆਪਣੀ ਦੇਣੀ ਹੁੰਦੀ ਹੈ। ਜਿਵੇਂ ਇੱਥੇ ਰੈਫਰੈਂਡਮ ਦੀ ਅਗਰ ਆਪਾਂ ਗੱਲ ਕਰੀਏ ਦੈਨ ਇੱਥੇ ਰੈਫਰੈਂਡਮ ਕੀ ਹੈ ਕਿ ਉਹਨਾਂ ਨੂੰ ਲੋਕਾਂ ਨੂੰ ਇਹ ਆਪਣਾ ਦੱਸਣਾ ਹੈਗਾ, ਆਪਣੀ ਚੋਇਸ ਦੇਣੀ ਹੈਗੀ ਕਿ ਉਹ ਮਿਸਟਰ ਜਨਰਲ ਪਰਵੇਜ਼ ਮੁਸ਼ਰਫ ਨੂੰ ਐਜ਼ ਆ ਆਪਣੇ ਪ੍ਰੈਜ਼ੀਡੈਂਟ ਲੈਣਾ ਚਾਹੁੰਦੇ ਆ ਜਾਂ ਨਹੀਂ ਲੈਣਾ ਚਾਹੁੰਦੇ। ਠੀਕ ਹੈ, ਸੋ ਜਿਹੜਾ ਰੈਫਰੈਂਡਮ ਹੈਗਾ ਇਹਦੇ ਵਿੱਚ ਜਿਹੜੇ ਮਿਸਟਰ ਪਰਵੇਜ਼ ਮੁਸ਼ਰਫ ਹੈ ਉਹ ਜਿੱਤ ਜਾਂਦੇ ਨੇ, ਉਹਨਾਂ ਨੂੰ ਲੋਕਾਂ ਦੀ ਜਿਹੜੀ ਸਪੋਰਟ ਹੈ ਉਹ ਮਿਲ ਜਾਂਦੀ ਹੈ ਔਰ ਅਗਲੇ 5 ਸਾਲ ਦੇ ਲਈ ਉਹ ਜਿਹੜੇ ਨੇ ਪਾਕਿਸਤਾਨ ਦੇ ਐਜ਼ ਅ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਬਣ ਜਾਂਦੇ ਨੇ।
ਬਟ ਮੋਸਟ ਆਫ ਜਿਹੜੀਆਂ ਮੀਡੀਆ ਸੀਗੇ ਜਾਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਸੀਗੀਆਂ ਪਾਕਿਸਤਾਨ ਦੀਆਂ, ਉਹਨਾਂ ਨੇ ਹਮੇਸ਼ਾ ਇਹ ਮਤਲਬ ਦੋਸ਼ ਲਗਾਇਆ ਕਿ ਜਿਹੜਾ ਰੈਫਰੈਂਡਮ ਸੀਗਾ ਇਹ ਬਿਲਕੁਲ ਮਾਲ ਪ੍ਰੈਕਟਿਸਸ ਦੇ ਉੱਤੇ ਬੇਸਡ ਸੀਗਾ, ਯਾਨੀ ਕਿ ਇਹਦੇ ਵਿੱਚ ਕੋਈ ਵੀ ਲੋਕਾਂ ਨੇ ਰੀਅਲ ਤੌਰ ਤੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਵੋਟ ਨਹੀਂ ਦਿੱਤੀ। ਇਹਦੇ ਨਾਲ ਹੀ ਬੇਟਾ ਉਹ ਕੀ ਕਰਦੇ ਆ, 2002 ਦੇ ਵਿੱਚ ਹੀ ਅਗਸਤ 2002 ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣਨ ਦੇ ਨਾਲ ਹੀ ਇੱਕ ਕਾਨੂੰਨ ਪਾਸ ਕਰਦੇ ਆ, ਲੀਗਲ ਫਰੇਮਵਰਕ ਆਰਡਰ। ਇਹ ਕਾਨੂੰਨ ਕੀ ਹੁੰਦਾ ਹੈ, ਲੀਗਲ ਫਰੇਮਵਰਕ ਆਰਡਰ ਕੀ ਹੁੰਦਾ ਹੈ ਕਿ ਇਹਦੇ ਅਕੋਰਡਿੰਗ ਕੀ ਹੁੰਦਾ ਹੈ ਕਿ ਪਰਵੇਜ਼ ਮੁਸ਼ਰਫ ਮਿਸਟਰ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੂੰ ਕੀ ਰਾਈਟ ਮਿਲ ਜਾਂਦਾ ਹੈ ਕਿ ਉਹ ਨੈਸ਼ਨਲ ਜਾਂ ਪ੍ਰੋਵਿੰਸ਼ੀਅਲ ਜਿਹੜੀਆਂ ਅਸੈਂਬਲੀਜ਼ ਨੇ ਉਹਨਾਂ ਨੂੰ ਕਦੇ ਵੀ ਡਿਸਮਿਸ ਕਰ ਸਕਦੇ ਆ, ਉਹਨਾਂ ਨੂੰ ਕਦੇ ਵੀ ਖਤਮ ਕਰ ਸਕਦੇ ਆ। ਇਹਦੇ ਨਾਲ ਹੀ ਉਹ ਸਿਵਿਲੀਅਨ ਜਿਹੜੀ ਕੈਬਨਿਟ ਹੈ, ਯਾਨੀ ਕਿ ਉਹ ਵਾਲੇ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੈ, ਉਹ ਵਾਲੀ ਕੈਬਨਿਟ, ਉਹ ਵਾਲੇ ਮਿਨਿਸਟਰਸ, ਪ੍ਰਾਈਮ ਮਿਨਿਸਟਰ, ਉਹ ਸਾਰੀ ਦੀ ਸਾਰੀ ਕੈਬਨਿਟ ਜਿਹੜੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ, ਉਹਨਾਂ ਦੇ ਰਿਗਾਰਡਿੰਗ ਵੀ ਇੱਕ ਕੁਐਸਚਨ, ਇੱਕ ਜਿਹੜਾ ਐਕਟ ਹੈ ਉਹਨੂੰ ਪਾਸ ਕਰ ਦਿੰਦੇ, ਇੱਕ ਹੋਰ ਐਕਟ ਪਾਸ ਕਰਦੇ ਆ। ਉਹ ਕੀ ਹੁੰਦਾ ਹੈ, ਨੈਸ਼ਨਲ ਸਿਕਿਉਰਿਟੀ ਕਾਉਂਸਲ। ਇੱਕ ਕਾਉਂਸਲ ਬਣਾ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕਿ ਮਿਲਟਰੀ ਆਫੀਸਰਸ ਨੂੰ ਅਪਾਇੰਟ ਕਰ ਦਿੱਤਾ ਜਾਂਦਾ ਹੈ। ਔਰ ਇਸ ਕਾਉਂਸਲ ਦਾ ਕੀ ਕੰਮ ਹੁੰਦਾ ਹੈ ਕਿ ਜਿਹੜੇ ਵੀ ਡਿਸੀਜਨਸ ਜਿਹੜੇ ਨੇ ਉਹ ਕੈਬਨਿਟ ਲੈ ਰਹੀ ਹੈ, ਉਹ ਪਹਿਲਾਂ ਇਹ ਮਿਲਟਰੀ ਜਿਹੜੇ ਆਫੀਸਰਸ ਨੇ ਉਹਨਾਂ ਡਿਸੀਜਨਸ ਨੂੰ ਪਾਸ ਕਰਦੇ ਨੇ, ਉਹਨਾਂ ਪਾਲਿਸੀਜ਼ ਨੂੰ ਪਾਸ ਕਰਦੇ ਨੇ, ਦੈਨ ਉਹ ਜਾ ਕੇ ਜਿਹੜੀਆਂ ਉਹ ਲਾਗੂ ਜਾਂ ਇਨਫੋਰਸ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਸੋ ਇਹ ਦੋ ਕਾਨੂੰਨ ਬਣਾਏ ਜਾਂਦੇ ਨੇ। ਫਸਟ ਹੈ ਲੀਗਲ ਫਰੇਮਵਰਕ ਆਰਡਰ, ਜਿਹਦੇ ਅਕੋਰਡਿੰਗ ਕੀ ਹੁੰਦਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਕੀ ਪਾਵਰ ਮਿਲ ਜਾਂਦੀ ਹੈ ਕਿ ਉਹ ਕਦੇ ਵੀ ਜਿਹੜੀ ਨੈਸ਼ਨਲ ਅਸੈਂਬਲੀ ਹੈ ਜਾਂ ਜਿਹੜੀਆਂ ਸਟੇਟ ਅਸੈਂਬਲੀਜ਼ ਨੇ ਉਹਨਾਂ ਨੂੰ ਕਦੇ ਵੀ ਖਤਮ ਕਰ ਸਕਦਾ ਹੈ। ਔਰ ਸੈਕੰਡ ਜਿਹੜਾ ਬਣਾਇਆ ਜਾਂਦਾ ਹੈ ਉਹ ਕੀ ਹੈ, ਨੈਸ਼ਨਲ ਸਿਕਿਉਰਿਟੀ ਕਾਉਂਸਲ ਬਣਾਈ ਜਾਂਦੀ ਹੈ ਜਿਹਦੇ ਵਿੱਚ ਕਿ ਮਿਲਟਰੀ ਆਫੀਸਰਸ ਹੁੰਦੇ ਨੇ ਜਿਹੜੇ ਕਿ ਇਸ ਚੀਜ਼ ਨੂੰ ਡਿਸਾਈਡ ਕਰਨਗੇ ਕਿ ਜਿਹੜਾ ਕੈਬਨਿਟ ਦੁਆਰਾ ਲਿਆ ਗਿਆ ਕਿਹੜਾ ਫੈਸਲਾ ਹੈ ਉਹਨੂੰ ਇਨਫੋਰਸ ਕੀਤਾ ਜਾਏਗਾ ਔਰ ਕਿਹੜੇ ਨੂੰ ਨਹੀਂ ਕੀਤਾ ਜਾਏਗਾ। ਠੀਕ ਹੈ, ਨੈਕਸਟ ਹੈ ਬੇਟਾ, ਇਹਨਾਂ ਸਭ ਚੀਜ਼ਾਂ ਨੂੰ ਦੇਖ ਕੇ ਹੁਣ ਦੇਖੋ ਜਿਹੜੀ ਸਾਰੀ ਦੀ ਸਾਰੀਆਂ ਪਾਵਰਸ ਨੇ ਉਹ ਕਿਹਦੇ ਹੱਥ 'ਚ ਨੇ, ਪ੍ਰੈਜ਼ੀਡੈਂਟ ਦੇ ਹੱਥ 'ਚ ਨੇ ਔਰ ਮਿਲਟਰੀ ਆਫੀਸਰਸ ਦੇ ਹੱਥ 'ਚ ਨੇ। ਤੇ ਕੀ ਉਹਨਾਂ ਨੂੰ ਲੋਕਾਂ ਨੇ ਚੁਣਿਆ ਹੈ, ਕੀ ਉਹ ਪੀਪਲ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ, ਬਟ ਦੇ ਆਰ ਯੂਜ਼ਿੰਗ ਦਾ ਮੇਜਰ ਪਾਵਰਸ, ਦੇ ਆਰ ਡਿਸੀਜਨ ਮੇਕਰਸ। ਠੀਕ ਹੈ, ਸੋ ਇਹਦੇ ਨਾਲ ਕੀ ਆਪਾਂ ਕਹਿ ਸਕਦੇ ਹਾਂ ਕਿ ਦੈਟ ਇਜ਼ ਅ ਟਰੂ ਡੈਮੋਕ੍ਰੇਸੀ। ਕੀ ਇਹ ਸੱਚੀ ਇੱਕ ਡੈਮੋਕ੍ਰੇਸੀ ਹੈ ਜਿਹਦੇ ਵਿੱਚ ਜਿਹੜੇ ਲੋਕਾਂ ਦੇ ਚੁਣੇ ਹੋਏ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਕੌਣ ਹੋਲਡ ਕਰ ਰਿਹਾ ਹੈ, ਉਹ ਵਾਲਾ ਪ੍ਰੈਜ਼ੀਡੈਂਟ ਜਿਹਨੂੰ ਲੋਕਾਂ ਨੇ ਨਹੀਂ ਚੁਣਿਆ, ਉਹ ਵਾਲੇ ਮਿਲਟਰੀ ਆਫੀਸ਼ੀਅਲਸ ਜਿਨ੍ਹਾਂ ਨੂੰ ਲੋਕਾਂ ਨੇ ਨਹੀਂ ਚੁਣਿਆ। ਠੀਕ ਹੈ, ਸੋ ਵੀ ਕਾਂਟ ਸੇ ਦੈਟ ਦਿਸ ਇਜ਼ ਅ ਟਰੂ ਡੈਮੋਕ੍ਰੇਸੀ। ਸੋ ਸਿਰਫ ਇੰਨਾ ਕਹਿਣ ਦੇ ਨਾਲ ਕਿ ਉਹ ਲੋਕ ਇੱਥੇ ਜਿਹੜਾ ਚੋਣਾਂ ਹੋਈਆਂ ਜਾਂ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਲੋਕ ਚੁਣ ਰਹੇ ਨੇ, ਸੋ ਦੈਟ ਇਜ਼ ਨਾਟ ਇਨਫ ਟੂ ਬੀ ਅ ਡੈਮੋਕ੍ਰੇਟਿਕ ਗਵਰਨਮੈਂਟ। ਹੁਣ ਦੇਖੋ ਇੱਥੇ ਲੋਕਾਂ ਨੇ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਚੁਣਿਆ ਹੈ ਲੇਕਿਨ ਉਹਨਾਂ ਕੋਲ ਕੋਈ ਡਿਸੀਜਨ ਪਾਵਰ ਹੀ ਨਹੀਂ ਹੈਗੀ। ਸਾਰੇ ਡਿਸੀਜਨ ਪਾਵਰ ਕੌਣ ਯੂਜ਼ ਕਰ ਰਿਹਾ ਹੈ, ਮਿਸਟਰ ਪ੍ਰੈਜ਼ੀਡੈਂਟ ਐਂਡ ਕੌਣ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਮਿਲਟਰੀ ਆਫੀਸ਼ੀਅਲਸ ਨੇ। ਸੋ ਇਸ ਤਰ੍ਹਾਂ ਇਸ ਕਰਕੇ ਆਪਾਂ ਜਿਹੜਾ ਹੈ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਪਾਕਿਸਤਾਨ ਦੀ ਇਹ ਜਿਹੜੀ ਫਾਰਮ ਆਫ ਗਵਰਨਮੈਂਟ ਸੀਗੀ ਦੈਟ ਵਾਸ ਅ ਡੈਮੋਕ੍ਰੇਸੀ। ਸੋ ਇਦਾਂ ਦੀਆਂ ਆਪਾਂ ਨੂੰ ਐਗਜ਼ਾਮਪਲਸ ਹੋਰ ਕਈ ਥਾਵਾਂ ਤੇ ਮਿਲਣਗੀਆਂ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਪੋਲੈਂਡ ਦੀ। ਪੋਲੈਂਡ ਜਿਹੜਾ ਹੈਗਾ ਉਹ ਇੱਕ ਕਮਿਊਨਿਸਟ ਗਵਰਨਮੈਂਟ ਸੀਗੀ, ਉੱਥੇ ਐਸਟੈਬਲਿਸ਼ ਸੀਗੀ ਅੰਡਰ ਦਾ USSR ਦਾ ਫਾਰਮਰ ਨੇਮ ਆਫ ਰਸ਼ੀਆ। ਪਹਿਲਾਂ ਰਸ਼ੀਆ ਨੂੰ USSR ਕਿਹਾ ਜਾਂਦਾ ਹੈਗਾ, ਯੂਨਾਈਟਿਡ ਸੋਵੀਅਤ ਸੰਘ ਜਿਹੜਾ ਹੈਗਾ ਉਹ ਹੈਗਾ ਰਸ਼ੀਆ ਦਾ। ਉਹਦੇ ਵਿੱਚ ਕਾਫੀ ਸਾਰੀਆਂ ਕੰਟਰੀਜ਼ ਇਨਕਲੂਡ ਹੈਗੀਆਂ ਜਿਹੜਾ ਕਿ 1991 ਦੇ ਵਿੱਚ ਆਣ ਕੇ ਟੁੱਟ ਗਿਆ। ਠੀਕ ਹੈ, ਸੋ ਇਹਦੇ ਅੰਡਰ ਕੀ ਹੈਗਾ, USSR ਦੇ ਅੰਡਰ ਬਹੁਤ ਸਾਰੀਆਂ ਈਸਟਰਨ ਜਿਹੜੀਆਂ ਯੂਰਪੀਅਨ ਸਟੇਟਸ ਸੀਗੀਆਂ, ਈਸਟਰਨ ਯੂਰਪੀਅਨ ਕੰਟਰੀਜ਼ ਸੀਗੀਆਂ ਇਨਕਲੂਡਿੰਗ ਪੋਲੈਂਡ। ਉਹਨਾਂ ਵਿੱਚ ਇੱਕ ਗਵਰਨਮੈਂਟ ਹੁੰਦੀ ਸੀਗੀ, ਇੱਕ ਕਮਿਊਨਿਸਟ ਪਾਰਟੀ ਦੀ ਗਵਰਨਮੈਂਟ ਹੁੰਦੀ ਸੀਗੀ। ਔਰ ਉੱਥੇ ਹੋਰ ਕੋਈ ਵੀ ਪਰਸਨ ਜਿਹੜਾ ਹੈ ਆਪਣੇ ਦੇ ਕੋਲ ਕੋਈ ਪੋਲੀਟੀਕਲ ਰਾਈਟ ਨਹੀਂ ਸੀਗੇ, ਕੋਈ ਪਰਸਨ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਕੰਟੈਸਟ ਕਰ ਸਕਦਾ, ਕੋਈ ਰਿਪਰੈਜ਼ੈਂਟੇਟਿਵ ਨਹੀਂ ਬਣ ਸਕਦਾ। ਠੀਕ ਹੈ, ਸੋ ਇਹ ਵਾਲੇ ਹਾਲਾਤ ਸੀਗੇ ਪੋਲੈਂਡ ਦੇ ਵਿੱਚ। ਔਰ ਪੋਲੈਂਡ ਦੇ ਨਾਲ ਹੀ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ ਕਿ ਕੰਟੈਂਪਰੇਰੀ ਇਰਾਕ ਦੇ ਵਿੱਚ ਕੀ ਹੈ। ਇਰਾਕ ਦੇ ਵਿੱਚ ਵੀ USA ਯਾਨੀ ਕਿ ਅਮਰੀਕਾ ਦੀ ਸੈਨਾ ਹੈ। ਜੋ ਵੀ ਡਿਸੀਜਨਸ ਉੱਥੋਂ ਦੀ ਗਵਰਨਮੈਂਟ ਲੈਂਦੀ ਹੈ ਉਹ ਕਿਹਦੀ ਮਰਜ਼ੀ ਨਾਲ ਕਿਹਦੇ ਅਕੋਰਡਿੰਗ ਲੈਂਦੀ ਹੈ, ਜੋ ਵੀ ਉਹਨਾਂ ਨੂੰ ਅਮਰੀਕਾ ਕਹਿੰਦਾ ਹੈ ਉਸੇ ਦੇ ਅਕੋਰਡਿੰਗ ਜਿਹੜੇ ਸਾਰੇ ਡਿਸੀਜਨਸ ਨੇ ਉਹ ਇਰਾਕ ਦੀ ਸਰਕਾਰ ਅੱਜ ਕੱਲ੍ਹ ਲੈ ਰਹੀ ਆ। ਸੋ ਭਾਵੇਂ ਕਿ ਜਿਹੜੀ ਇਰਾਕ ਦੀ ਸਰਕਾਰ ਹੈ ਉਹ ਲੋਕਾਂ ਦੁਆਰਾ ਚੁਣੀ ਹੋਈ ਆ, ਬਟ ਉਹਦੇ ਪਾਵਰ ਹੋਲਡਰ ਕੌਣ ਹੈ, ਪਾਵਰ ਕੌਣ ਯੂਜ਼ ਕਰ ਰਿਹਾ ਹੈ, USA ਅਮਰੀਕਾ। ਸੋ ਜਿਹੜੇ ਚੁਣੇ ਹੋਏ ਲੋਕ ਨੇ ਜਾਂ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹ ਤਾਂ ਕੋਈ ਪਾਵਰ ਯੂਜ਼ ਕਰ ਹੀ ਨਹੀਂ ਰਹੇ ਜਾਂ ਉਹਨਾਂ ਕੋਲ ਉਹ ਪਾਵਰ ਹੈ ਹੀ ਨਹੀਂ। ਸੋ ਇਸ ਕਰਕੇ ਆਪਾਂ ਉਹਨੂੰ ਵੀ ਇੱਕ ਡੈਮੋਕ੍ਰੇਸੀ ਨਹੀਂ ਕਹਿ ਸਕਦੇ। ਸੋ ਫਾਈਨਲ ਆਪਣੇ ਕੋਲ ਫਸਟ ਫੀਚਰ ਕੀ ਹੈ
In a democracy, the final decision making power must rest with those elected by people. So ਆਪਾਂ ਉਸ ਜਿਹੜੀ ਇੱਕ ਸਰਕਾਰ ਹੈ ਉਹਨੂੰ ਆਪਾਂ ਡੈਮੋਕ੍ਰੇਸੀ ਕਹਿ ਸਕਦੇ ਹਾਂ, ਜਿਹਦੇ ਵਿੱਚ ਜਿਹੜੇ ਚੁਣੇ ਹੋਏ ਰਿਪਰੈਜ਼ੈਂਟੇਟਿਵਸ ਨੇ ਉਹ ਪੂਰੀ ਦੀ ਪੂਰੀ ਪਾਵਰ ਨੂੰ ਯੂਜ਼ ਕਰਨ, ਉਹ ਪੂਰੀ ਦੀ ਪੂਰੀ ਪਾਵਰ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕਾਂ ਦੇ ਲਈ ਡਿਸੀਜਨਸ ਲੈਣ, ਨਾ ਕਿ ਉਹਨਾਂ ਕੋਲ ਕੋਈ ਪਾਵਰ ਨਾ ਹੋਏ ਜਸਟ ਇਹ ਸ਼ੋਅ ਕਰਨ ਦੇ ਲਈ ਕਿ ਦੈਟ ਇਜ਼ ਅ ਡੈਮੋਕ੍ਰੈਟਿਕ ਨੇਸ਼ਨ, ਤੇ ਉਹ ਲੋਕਾਂ ਲਈ ਇਲੈਕਸ਼ਨਸ ਕਰਵਾ ਲਏ ਜਾਣ, ਬਟ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਹੋਣ ਉਹਨਾਂ ਨੂੰ ਕੋਈ ਵੀ ਜਿਹੜਾ ਪਾਵਰ ਨਾ ਦਿੱਤੀ ਜਾਏ। ਸੋ ਆਪਾਂ ਕਦੀ ਵੀ ਨਹੀਂ ਕਹਿ ਸਕਦੇ ਕਿ ਦੈਟ ਇਜ਼ ਅ ਡੈਮੋਕ੍ਰੈਟਿਕ ਨੇਸ਼ਨ। ठीक है, so that was first feature of democracy. So in the next video we will discuss about the next one. Thank you.